ਚਾਈਨਾ ਦੇ ਨਾਲ ਇੰਡੀਆ ਦੇ ਜਿਹੜੇ ਹੁਣ ਹਾਲਾਤ ਬਣਦੇ ਹੋਏ ਲੱਗ ਰਹੇ ਆ, ਤੁਹਾਨੂੰ ਅੱਗੇ ਨਜ਼ਰ ਕੀ ਆ ਰਿਹਾ ਇਸ ਦੇ ਵਿੱਚ ਤੁਹਾਡੇ ਤਜਰਬੇ ਦੇ ਹਿਸਾਬ ਨਾਲ? मेरे ख्याल इंडिया नहीं मनूगा कि यानी कि टू गिव अप इस डिस्प्यूटेड जगह ते आके उन्होंने आके अपने चाइनीज़ ने आके अपना कई जगह ते अपने कब्जे किते कि आके जिन्होंने वापस जेले जाना सी उन्होंने कैंप लाते उन्होंने होल्ड करना पे विच वॉज अगेंस्ट दी बेसिक कन्वेंशन। नैचुरली जी चीज़ साडी असी भी कहने साडी है तो साडे तो ये रिएक्शन होया है। हुण यही चीज़ ताई देखिए जी स्कर्मिश भी हुई है सारी हैंड टू हैंड हुई है बिकॉज वैपन्स नहीं ਅਲਾਉਡ ਇਸ ਇਹੋ ਜਿਹੀ ਪੈਟਰੋਲਿੰਗ ਦੇ ਵਿੱਚ। ਪੋਲੀਟੀਕਲੀ ਅਸੀਂ ਦੇਖੀਏ ਤੇ ਵੈਸੇ ਦੇਖੀਏ ਆਰਮੀ ਦੇ ਵਿੱਚ ਕਿੰਨਾ ਚੇਂਜ ਕਿੰਨਾ ਕੁ ਆਇਆ ਮੰਨਦੇ ਹੋ ਤੁਸੀਂ? ਪੋਲੀਟਿਕਸ ਦੀ ਤਾਂ ਗੱਲ ਕਰੇ ਤੇ ਦਿਸ ਗਵਰਨਮੈਂਟ ਟੂ ਗਵਰਨਮੈਂਟ ਸੋ ਦੈਟ ਆਲਸੋ ਮੈਂ ਜ਼ਿਆਦਾ ਨਹੀਂ ਪੋਲੀਟੀਕਲ ਸਾਈਡ ਤੇ ਫੌਜੀ ਹੈਗੇ ਨਹੀਂ ਕਮੈਂਟ ਕਰਦੇ ਜਿਨ ਸੋ ਪੋਲੀਟੀਕਲ ਡਿਸੀਜਨ ਹੀ ਹੈ ਸਾਰੀਆਂ। ਤੁਹਾਨੂੰ ਪਤਾ ਕਾਰਗਿਲ ਵਾਜ਼ ਇਹੀ ਲਿਮਿਟੇਸ਼ਨ ਰੱਖੀ ਗਈ ਕਿ ਵੀ ਵਿਲ ਨਾਟ ਕ੍ਰਾਸ ਦੀ ਬਾਰਡਰ ਓਕੇ ਸੋ ਦੈਟ ਵਾਜ਼ ਦੀ ਪੋਲੀਟੀਕਲ ਡਿਸੀਜਨ ਦੈਟ ਟਾਈਮ। ਪਰ ਜੇ ਫੌਜੀ ਬੰਦੇ ਨੂੰ ਪੁੱਛੇ ਜਾਓ ਤਾਂ ਸਾਡੇ ਪਾਸੇ ਤਾਂ ਵੀ ਆਰ ਰੈਡੀ ਐਸਟ ਜੇ ਤੁਸੀਂ ਅਸੀਂ ਵੀ ਆਰ ਲੂਜ਼ਿੰਗ ਵੀ ਆਰ ਨਾਟ ਗੇਨਿੰਗ ਐਨੀਥਿੰਗ ਸਾਨੂੰ ਆਲ ਆਊਟ ਜਾ ਲੈਣ ਦਿਓ ਵੀ ਮਸਟ ਗੋ ਟੂ ਦਿਸ ਵਾਜ਼ ਦੀ ਮਿਲਟਰੀ ਡਿਸੀਜਨਸ ਐਂਡ ਦੀ ਬਰੀਫਿੰਗ ਟੂ ਦ ਗਵਰਨਮੈਂਟ। ਹਿੰਦੁਸਤਾਨ ਤੇ ਚੀਨ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਤਕਰਾਰ ਚੱਲ ਰਹੀ ਹੈ ਔਰ ਇਹ ਮਾਮਲਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਦੋਹਾਂ ਦੇਸ਼ਾਂ ਦੇ ਵਿੱਚ ਤਕਰਾਰ ਜਿਹੜੀ ਹੈ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ। ਆਖਿਰ ਹੋਊਗਾ ਕੀ, ਆਖਿਰ ਹੱਲ ਕੀ ਹੈ ਇਸ ਦਾ? ਬਹੁਤ ਸਾਰੇ ਲੋਕ ਸਵਾਲ ਕੇਂਦਰ ਸਰਕਾਰ ਨੂੰ ਘੇਰ ਰਹੇ ਨੇ ਕਿ ਕੇਂਦਰ ਸਰਕਾਰ ਦੀ ਨਾਕਾਮੀ ਹੈ ਜਿਸ ਦੀ ਵਜ੍ਹਾ ਦੇ ਨਾਲ ਚੀਨ ਸਿਰ ਤੇ ਚੜ ਗਿਆ। ਉਸ ਤੋਂ ਪਹਿਲਾਂ ਹੋਰ ਵੀ ਸਵਾਲ ਖੜੇ ਕਰ ਰਹੇ ਨੇ ਕੁਝ ਲੋਕ, ਕਹਿੰਦੇ ਨੇ ਕਿ ਜੀ ਜਿਹੜੇ ਪੜੋਸੀ ਮੁਲਕ ਨੇ ਸਾਡੇ ਦੇਸ਼ ਦੀ ਜਿਹੜੀ ਸਿਆਸਤ ਹੈ ਸਿਆਸਤਦਾਨ ਨੇ ਉਹਨਾਂ ਨੇ ਸਾਡੇ ਪੜੋਸੀ ਮੁਲਕਾਂ ਦੇ ਨਾਲ ਬਣਾਈ ਹੀ ਨਹੀਂ। ਨੇਪਾਲ ਦੀ ਗੱਲ ਮੈਂ ਕਰ ਰਿਹਾ, ਨੇਪਾਲ ਛੋਟੇ ਭਾਈ ਦੀ ਤਰ੍ਹਾਂ ਕਿਹਾ ਜਾ ਰਿਹਾ ਸੀ ਤੇ ਨੇਪਾਲ ਵੀ ਹੁਣ ਕਹਿ ਰਹੇ ਨੇ ਲੋਕ ਕਿ ਉਹ ਵੀ ਚੀਨ ਦੀ ਹਾਂ ਦੇ ਵਿੱਚ ਹਾਂ ਮਿਲਾ ਰਿਹਾ ਤੇ ਅੱਖਾਂ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ। ਸਾਡੇ ਨਾਲ ਇੱਕ ਇਹੋ ਜਿਹੀ ਸ਼ਖਸੀਅਤ ਹੈ, ਮੈਂ ਪਹਿਲਾਂ ਚਾਹੂੰਗਾ ਮੇਰੇ ਕੈਮਰਾ ਪਰਸਨ ਨੂੰ ਕਿ ਤਸਵੀਰ ਦੇ ਵਿੱਚ ਦਿਖਾ ਦੇਣ ਉਹਨਾਂ ਨੂੰ। ਸਰਬਜੀਤ ਸਿੰਘ ਹੋਠੀ ਸਾਹਿਬ ਨੇ ਵਾਈਸ 에ਅਰ ਮਾਰਸ਼ਲ ਰਹੇ ਨੇ, ਮਿਗ 27 ਤੇ 23 ਨੂੰ 1350 ਤੋਂ ਵੱਧ ਘੰਟਿਆਂ ਦਾ ਤਜਰਬਾ ਇਹਨਾਂ ਨੂੰ ਉਡਾਉਣ ਦਾ। ਸਰ ਸਭ ਤੋਂ ਪਹਿਲਾਂ ਮੈਂ ਇੱਕ ਰਿਐਕਸ਼ਨ ਲੈਣਾ ਚਾਹੂੰਗਾ, ਮੌਜੂਦਾ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਹਾਲਾਤ ਨਾਜ਼ੁਕ ਨੇ, ਸਾਡੇ ਜਵਾਨ ਸ਼ਹੀਦ ਹੋਏ ਨੇ, ਪੰਜਾਬ ਦੇ ਵੀ ਕਈ ਜਵਾਨ ਨੇ, ਖੈਰ ਦੇਸ਼ ਦੇ ਕਿੱਥੋਂ ਵੀ ਜਵਾਨ ਹੋਣ, ਜਵਾਨ ਤਾਂ ਆਖਿਰ ਜਵਾਨ ਨੇ, ਦੇਸ਼ ਦੇ ਕਈ ਜਵਾਨ ਸ਼ਹੀਦ ਹੋਏ ਨੇ। ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਤਕਰਾਰ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਚੀਨ ਦੇ ਨਾਲ। ਹਾਂਜੀ, ਪਹਿਲਾਂ ਤਾਂ ਜਨਰਲੀ ਜਿਹੜੇ ਪੀਪਲ ਇਨ ਦੇ ਜਿਹੜੇ ਫੀਲਡ ਹੈ ਇਹ ਤਾਂ ਇਹ ਸਾਡਾ ਜਾਨੀ ਕਿ ਡੇ ਟੂ ਡੇ ਦੀ ਸਾਡੀ ਇਹ ਲਾਈਫ ਹੈਗੀ ਹੈ। ਆਫਟਰ ਆਲ ਨੇਸ਼ਨ ਨੇ ਅਸੀਂ ਜੁਆਇਨ ਕੀਤਾ ਪ੍ਰੋਫੈਸ਼ਨ ਨੂੰ ਤਾਂ ਸਾਡਾ ਕੰਮ ਕੀ ਹੈ ਅਸੀਂ ਟੂ ਬੀ ਰੈਡੀ ਫॉर ਐਨੀ ਸੱਚ ਇਵੈਂਚੁਅਲਿਟੀ ਟੂ ਸਾਡੇ ਦੇ ਪੁਆਇੰਟ ਆਫ ਵਿਊ ਤੇ ਦਿਸ ਇਜ਼ ਅ ਨਾਰਮਲ ਥਿੰਕਿੰਗ ਯੈਸ ਆ ਗਿਆ ਮੌਕਾ ਹੇਅਰ ਇਟ ਇਜ਼ ਓਕੇ। ਸੋ ਜਿੱਦਾਂ ਕਹਿੰਦੇ ਹੁੰਦੇ ਐਜ਼ ਅ ਜਿੱਦਾਂ ਸਾਡੀ ਟ੍ਰੇਨਿੰਗ ਵੀ ਹੁੰਦੀ ਹੈ ਐਟ ਦੈਟ ਲੈਵਲ ਆਫ ਦੀ ਫੋਰਸਿਸ ਕਿ ਹੁਣ ਉਹ ਵੀ ਐਕਚੁਅਲੀ ਵੇਟਿੰਗ ਟੂ ਪ੍ਰੂਵ ਦੇ ਟ੍ਰੇਨਿੰਗ ਇਹ ਵੇਟ ਕਰਦੇ ਫਰੋਮ ਅੱਜ ਸਾਡਾ ਜਿਹੜੇ ਮੈਂਟਲ ਡਿਵੈਲਪਮੈਂਟ ਹੈ ਕਿ ਸਾਡੇ ਲਈ ਤਾਂ ਇਹ ਚੀਜ਼ ਜਿਹੜੇ ਜਿੱਦਾਂ ਚੀਜ਼ ਹੋਈ ਹੈ ਹੋ ਰਿਹਾ ਕਿ ਯੈਸ ਕਿ ਆ ਫੋਰਸਿਸ ਨੂੰ ਵਿਲ ਗੈਟ ਅ ਚਾਂਸ ਟੂ show the training and to hold on to the territory of the country and to what the nation expects ਜਦੋਂ ਸਾਤੋਂ ਚਾਹੁੰਦੇ ਉਸ ਉਹਦੇ ਲਈ ਹੈ। ਸੋ ਉਹ ਸਾਡਾ ਹੈ ਜਿਹੜੀ ਕਿ ਯੈਸ ਇਜ਼ ਅ ਓਪਰਚੁਨਿਟੀ ਟੂ ਵਾਟ ਇਟ ਇਜ਼। ਗਲਤਾਨ ਘਾਟੀ ਦੇ ਵਿੱਚ ਸਰ ਜੋ ਕੁਝ ਚੱਲ ਰਿਹਾ ਹੁਣ, ਸਾਡੇ ਦੇਸ਼ ਦੇ ਜਵਾਨ ਵੀ ਸ਼ਹੀਦ ਹੋਏ ਨੇ, ਝੜਪ ਹੋਈ ਹੈ ਚੀਨੀ ਸੈਨਿਕਾਂ ਦੇ ਨਾਲ, ਉਸ ਮਸਲੇ ਦੇ ਬਾਰੇ ਜਾਣਕਾਰੀ ਰੱਖਦੇ ਹੋਣੇ ਤੁਸੀਂ, ਵਜ੍ਹਾ ਕੀ ਹੈ ਉਸ ਦੀ? ਸੀ ਜਿਹੜੀ ਸਾਡੀ ਕਾਫੀ ਜਿਹੜੀ ਟੈਰੀਟਰੀ ਹੈਗੀ ਹੈ ਜੋ ਉੱਥੇ ਡਿਮਾਰਕੇਸ਼ਨ ਨਹੀਂ ਹੋਈ ਹੈ, ਉਹ ਡਿਸਪਿਊਟਡ ਟੈਰੀਟਰੀ ਹੈ। ਸੋ ਦ ਲਾਈਨ ਆਫ LAC ਜੇ ਲਾਈਨ ਆਫ ਐਕਚੁਅਲ ਕੰਟਰੋਲ ਹੈਗੀਆਂ ਤਾਂ ਜਿਹੜੀਆਂ ਡਿਸਪਿਊਟਡ ਏਰੀਆ 'ਚ ਉਹਦੇ ਵਿੱਚ ਇਹੀ ਰੱਖਿਆ ਹੈਗਾ ਜਦ ਤੱਕ ਅਸੀਂ ਫੈਸਲਾ ਨਹੀਂ ਹੋਇਆ ਨਹੀਂ ਹੁੰਦੇ ਇਹਦੀ ਡਿਮਾਰਕੇਸ਼ਨ ਨਾ ਹੋਵੇ ਉਹਦੇ ਵਿੱਚ ਦੋਵੇਂ ਸਾਈਡ ਆਪਣੀ ਜਾ ਕੇ ਪੈਟਰੋਲ ਕਰ ਸਕਦੇ ਆ ਓਕੇ। ਬਟ ਇਹ ਵੀ ਉਹ 'ਚ ਹੈ ਕਿ ਉਹ ਵਿਦਆਊਟ ਵੈਪਨਸ ਦੇ ਨਾਲ ਜਾਂਦੇ ਹੈਗੇ ਕਿਉਂਕਿ ਇਹ ਵੀ ਹੈ ਕਨਵੈਨਸ਼ਨ ਹੈ ਕਿ ਜਿਹੜੇ ਉਹ ਜਾਂਦੇ ਆ ਤਾਂ ਸਾਡੇ ਬੰਦੇ ਨਹੀਂ ਜਾ ਆਉਂਦੇ ਐਟਲੀਸਟ। ਸੋ ਇਟ ਇਜ਼ ਡਿਸਪਿਊਟਡ ਲੈਂਡ ਬਹੁਤ ਦੋਵਾਂ ਨੇ ਮੰਨਿਆ ਬਟ ਇਸ ਡਿਸਪਿਊਟਡ ਜਗ੍ਹਾ 'ਤੇ ਆ ਕੇ ਉਹਨਾਂ ਨੇ ਆ ਕੇ ਆਪਣੇ ਚਾਈਨੀਜ਼ ਨੇ ਆ ਕੇ ਆਪਣਾ ਕਈ ਜਗ੍ਹਾ 'ਤੇ ਆਪਣੇ ਕਬਜ਼ੇ ਕੀਤੇ ਕਿ ਆ ਕੇ ਜਿਨ੍ਹਾਂ ਨੇ ਵਾਪਸ ਜੇਲੇ ਜਾਣਾ ਸੀ ਉਹਨਾਂ ਨੇ ਕੈਂਪ ਲਾਤੇ ਉਹਨਾਂ ਨੇ ਹੋਲਡ ਕਰਨ ਲੱਗ ਪਏ ਵਿਚ ਵਾਜ਼ ਅਗੇਂਸਟ ਦੀ ਬੇਸਿਕ ਕਨਵੈਨਸ਼ਨ। ਨੈਚੁਰਲੀ ਜਿਹੜੀ ਚੀਜ਼ ਸਾਡੀ ਅਸੀਂ ਵੀ ਕਹਿੰਦੇ ਸਾਡੀ ਹੈ ਤਾਂ ਸਾਡੇ ਤੋਂ ਇਹ ਰਿਐਕਸ਼ਨ ਹੋਇਆ ਹੈ ਓਕੇ। ਸੋ ਉਸ ਚੀਜ਼ ਦੇ ਨੂੰ ਵਿੱਚ ਹੁਣ ਜਦ ਤੱਕ ਡਿਸ ਐਸਕਲੇਸ਼ਨ ਦਾ ਮਤਲਬ ਕਿ ਜਿਹੜੀ ਚੀਜ਼ ਨੂੰ ਅਸੀਂ ਦੋਵੇਂ ਮੰਨਿਓ ਪਏ ਹਾਂ ਕਿ ਇਸ ਜਗ੍ਹਾ 'ਤੇ ਤਾਂ ਹੀ ਕਹਿੰਦੇ ਅਪ੍ਰੈਲ ਦੀ 10 ਤਰੀਕ ਤੋਂ ਪਹਿਲਾਂ ਜਦ ਉੱਥੇ ਕੁਛ ਵੀ ਨਹੀਂ ਕਾਇਮ ਸੀ ਆਪਾਂ ਵਾਪਸ ਚਲੇ ਜਾਏ ਐਂਡ ਡਿਪਲੋਮੈਟਿਕਲੀ ਜਾਂ ਪੋਲੀਟੀਕਲੀ ਇਸ ਚੀਜ਼ ਦਾ ਫੈਸਲਾ ਹੋਵੇ। ਵੀ ਸ਼ੁੱਡ
ਗੋ ਬੈਕ, ਬਟ ਉਹ ਚਾਈਨੀਜ਼ ਉੱਥੇ ਬੈਠੇ ਹੋ ਪਏ ਆ, ਉਹ ਨਹੀਂ ਹਿਲਦੇ ਪਏ। ਤਾਂ ਹੀ ਹੁਣ ਆ ਜਿਹੜਾ ਅਖੀਲਾ ਸਕਮਿਸ਼ ਇਹ ਵੀ ਹੋਇਆ, ਜਿਹੜੇ ਸਾਡੇ ਪੈਟਰੋਲ ਗਏ ਤੇ ਤਾਂ ਉੱਥੇ ਤੰਬੂਆਂ 'ਚ ਬੈਠੇ ਸੀ। ਓਕੇ, ਸੋ ਉਹ ਵੀ ਦੇਖਿਆ ਤਾਂ ਇਹਨਾਂ ਦੀ ਇੰਟੈਂਸ਼ਨ ਸੀਗੀਆਂ ਕਿ ਅਸੀਂ ਉਹਨਾਂ ਨੇ ਇਹੀ ਸੋਚਿਆ ਕਿ ਇੰਡੀਆ ਵੱਲੋਂ ਕੋਈ ਰਿਟੈਲੀਏਸ਼ਨ ਨਹੀਂ ਹੋ ਗਿਆ, ਅਸੀਂ ਬੈਠੇ ਰਹਾਂਗੇ ਆਪਣਾ ਕਬਜ਼ਾ ਦਿਖਾ ਕੇ। ਉਹੀ ਚੀਜ਼ ਹੁੰਦੀ ਹੈ, ਖੇਤਾਂ ਦਾ ਕਬਜ਼ਾ ਕਰ ਲਿਆ ਜਾਂ ਘਰ ਦਾ ਕਬਜ਼ਾ ਕਰ ਲਿਆ, ਹੁਣ ਨਹੀਂ ਹਿੱਲਿਆ ਜਾਂ ਤਾਂ ਹਿਲਾਓ ਨਾ, ਹੁਣ ਗੱਲ ਉੱਥੇ ਤਾਂ ਹੀ ਆ ਗਈ। ਹੁਣ ਇਹੀ ਚੀਜ਼ ਤਾਂ ਹੀ ਦੇਖਿਆ ਜਿਹੜੀ ਸਕਮਿਸ਼ ਵੀ ਹੋਈ ਹੈ ਸਾਰੀ ਹੈਂਡ ਟੂ ਹੈਂਡ ਹੋਈ ਹੈ, ਬਿਕੋਜ਼ ਵੈਪਨਸ ਨਹੀਂ ਅਲਾਉਡ ਇਸ ਇਹੋ ਜਿਹੀ ਪੈਟਰੋਲਿੰਗ ਦੇ ਵਿੱਚ। ਸੋ ਨੈਕਸਟ ਫੇਜ਼ ਤਾਂ ਇਹੀ ਡਰ ਲੱਗ ਰਿਹਾ, ਇਹੀ ਡਰ ਦਾ ਮਤਲਬ ਮੇਰੇ ਫੌਜੀ ਪੁਆਇੰਟ ਆਫ 'ਤੇ ਚੰਗਾ ਵਰਡ ਨਹੀਂ ਹੈ ਕਿ ਹੁਣ ਇਸ ਸਿਚੁਏਸ਼ਨ ਅੱਗੇ ਕਿੱਥੋਂ ਤੋਂ ਚੱਲਦੀ। ਆਫਟਰ ਆਲ ਜਿਹੜੀ ਐਜ਼ ਫਾਰ ਐਜ਼ ਫੌਜਾਂ ਹੈਗੀਆਂ, ਵੀ ਆਰ ਯੂਜ਼ ਟੂ fight with weapons and to hold on to territory or whatever we want to do. So to that extent is a very awkward position ਤੇ ਅਸੀਂ ਹੈ। ਹੁਣ ਇਹ ਕੀ ਡਾਇਰੈਕਸ਼ਨ ਲੈਂਦਾ ਹੈਗਾ ਪੋਲੀਟੀਕਲੀ, ਓਕੇ, ਔਰ ਉਹਨਾਂ ਦਾ ਕੀ ਚੀਜ਼ ਹੈ, ਐਂਡ ਹਾਊ ਇਫ ਵੀ ਆਰ ਫੋਰਨ ਪੋਲਿਸੀਜ਼ ਐਂਡ ਆਰ ਗਵਰਨਮੈਂਟ ਔਨ ਦ ਟੌਪ ਜੇ ਡੀ-ਐਸਕੇਲੇਟ ਨਹੀਂ ਕਰਵਾ ਸਕਦੇ ਤਾਂ ਐਨੀਥਿੰਗ ਕੈਨ ਹੈਪਨ। ਜਦੋਂ ਚੀਜ਼ ਇੱਦਾਂ ਹੋਈ ਹੈ, ਹੱਥ-ਬੇੜ ਹੋਈ ਹੈ, ਕੱਲ੍ਹ ਬੰਦੂਕਾਂ ਵੀ ਚੱਲ ਸਕਦੀਆਂ, ਤੁਸੀਂ ਮਾਰਿਆ ਕਿਹਨੇ ਮਾਰਿਆ, ਸੋ ਐਨੀਥਿੰਗ ਕੈਨ ਹੈਪਨ। ਯੈਸ, ਤੁਸੀਂ ਕਾਰਗਿਲ ਦੀ ਜੰਗ ਦੇ ਵਿੱਚ ਵੀ ਬੜਾ ਅਹਿਮ ਰੋਲ ਰਿਹਾ, 3 ਸਕੁਆਡਨਸ ਤੁਹਾਡੇ ਅੰਡਰ 'ਚ ਰਹੀਆਂ ਨੇ। ਬੰਬਾਰੀ ਜਿਹੜੀ ਹੋਈ ਸੀ ਜਹਾਜ਼ਾਂ ਦੇ ਨਾਲ, ਉਹਨਾਂ ਦੇ ਤੁਸੀਂ ਇੰਚਾਰਜ ਰਹੇ ਹੋ ਸਰ। ਉਸ ਟਾਈਮ ਦੇ ਵਿੱਚ ਤੇ ਹੁਣ ਦੇ ਟਾਈਮ ਦੇ ਵਿੱਚ ਕਿੰਨਾ ਕੁ ਡਿਫਰੈਂਸ ਦੇਖਦੇ ਹੋ? ਪੋਲੀਟੀਕਲ ਪ੍ਰੈਸ਼ਰ ਜਿਹੜਾ ਖੁੱਲ੍ਹ ਕੇ ਬੜਾ ਗੱਲ ਕਰਨਾ ਚਾਹੂੰਗਾ ਮੈਂ ਕਿ ਪੋਲੀਟੀਕਲ ਪ੍ਰੈਸ਼ਰ ਕਿਹਾ ਜਾਂਦਾ ਹੈ ਕਿ ਜੀ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਦੇ ਵਿੱਚ ਹੈ ਆਰਮੀ, ਇਸ ਦੇ ਵਿੱਚ ਕਿੰਨਾ ਕੁ ਮੰਨਦੇ ਹੋ ਤੁਸੀਂ? ਦੇਰ ਇਜ਼ ਸਿੰਪਲ, ਸਾਡੀ ਫੌਜ ਦਾ ਕੀ ਜਿਹੜਾ ਕੰਮ ਹੈ ਟੂ ਡਿਫੈਂਡ ਆਰ ਬਾਰਡਰਸ ਐਂਡ ਦੈਟ ਇਜ਼ ਇਟ। ਓਕੇ, ਨਾਓ ਜਿਹੜੇ ਉਹਦੇ ਚੀਜ਼ ਨੂੰ ਵੈਨ ਯੂ ਗੋ ਅਕ੍ਰੋਸ, ਯਾਨੀ ਜਿਹਨੂੰ ਕਹਿੰਦੇ ਵੈਨ ਯੂ ਗੋ ਅਕ੍ਰੋਸ ਇੰਟੂ ਦਿਸ ਡਿਸੀਜਨਸ ਆਰ ਓਨਲੀ ਪੋਲੀਟੀਕਲ ਡਿਸੀਜਨਸ। ਜੇ ਸਾਡੇ ਕੋਲ ਅਸੀਂ ਵੀ ਡੈਫੀਨਿਟਲੀ ਹੈਵ ਅ ਸਿਸਟਮ ਕਿ ਜੇ ਕਿ ਗੌਰਮੈਂਟ ਨੂੰ ਦੱਸਣਾ ਆਹ ਚੀਜ਼ ਹੈ, ਆਹ ਪੋਜੀਸ਼ਨ ਹੈ, ਇਹ ਨਹੀਂ ਹੈ, ਬਟ ਜਿਹੜੀ ਟੋਟਲ ਅਸੈਸਮੈਂਟ ਇਜ਼ ਗਵਰਨਮੈਂਟ ਆਫ ਦ ਡੇ, ਉਹਨਾਂ ਦੇ ਹੀ ਆਦੇਸ਼ 'ਤੇ ਚੀਜ਼ ਹੁੰਦੀ ਹੈ। ਸੋ ਟੂ ਦੈਟ ਐਕਸਟੈਂਟ ਇਜ਼ ਓਨਲੀ ਅ ਪੋਲੀਟੀਕਲ ਡਿਸੀਜਨ ਵੈਦਰ ਟੂ ਗੋ ਇਨ ਟੂ ਦ ਔਫੈਂਸਿਵ ਔਰ ਸਮਥਿੰਗ ਹੈਪਨ, ਉਹਨੂੰ ਪ੍ਰੋਟੈਕਟ ਕਰਨਾ ਉਹ ਪੋਲੀਟੀਕਲ ਡਿਸੀਜਨ ਹੈ। ਆਈ ਜਸਟ ਐਡ ਟੂ ਇਟ, ਇੱਕੋ ਚੀਜ਼ ਹੈ, ਯਾਨੀ ਕਿ ਜਿਸ ਫੌਜ 'ਤੇ ਕੁੱਲ ਛੁੱਟੀ ਹੋਵੇ ਤਾਂ ਸਾਡੇ ਯਾਨੀ ਕਿ ਵੀ ਵਿਲ ਆਲਵੇਜ਼ ਔਫੈਂਸ ਇਜ਼ ਦ ਬੈਸਟ ਫਾਰਮ ਆਫ ਟੇਕਿੰਗ ਦ ਇਨੀਸ਼ੀਏਟਿਵ। ਯਾਨੀ ਦੁਸ਼ਮਣ ਤੋਂ ਜੋ ਔਫੈਂਸ ਕਰਕੇ ਚੱਲੇ ਜਾਓ, ਦੈਟ ਇਜ਼ ਵੇਅਰ ਯੂ ਕੈਨ ਟੇਕ ਦ ਆਪਣੀ ਚੀਜ਼, ਲੜਾਈ ਆਪਣੇ ਤਰੀਕੇ ਨਾਲ ਲੜ ਸਕਦੇ ਹੋ। ਸੋ ਇਹ ਚੀਜ਼ਾਂ ਪੋਲੀਟੀਕਲ ਡਿਸੀਜਨ ਦਾ ਇਹ ਮਤਲਬ ਜਦ ਤੱਕ ਅਸੀਂ ਕ੍ਰਾਸ ਕਰਨਾ ਕੁਛ ਕਰਨਾ ਤਾਂ ਹੈਜ਼ ਟੂ ਬੀ ਅ ਪੋਲੀਟੀਕਲ ਡਿਸੀਜਨ। ਠੀਕ ਹੈ। ਜਦੋਂ ਤਾਂ ਕਹਿੰਦੇ ਕਿ ਸਰਜੀਕਲ ਸਟ੍ਰਾਈਕ ਹੁੰਦੀ ਹੈ ਉਦੋਂ ਕਹਿੰਦੇ ਕਿ ਜੀ ਥਾਪੜਾ ਦਿੰਦੇ ਆ ਸਰਕਾਰ ਨੂੰ, ਔਰ ਹੁਣ ਜਦੋਂ ਇਹ ਹਾਲਾਤ ਹੋਏ ਨੇ ਹੁਣ ਕਹਿੰਦੇ ਕਿ ਸਰਕਾਰ ਤੋਂ ਜਵਾਬ ਨਹੀਂ ਮੰਗਣਾ ਚਾਹੀਦਾ। ਇਹ ਬਿਲਕੁਲ ਗਲਤ ਗੱਲ ਹੈਗੀ ਹੈ ਕਿ ਨੈਚੁਰਲੀ ਜਿਹੜੀ ਸਰਜੀਕਲ ਸਟ੍ਰਾਈਕ ਹੋਈ ਹੈ ਕੁਛ ਹੈ, ਅਸੀਂ ਨਹੀਂ ਦੈਟ ਵੇ ਸਾਡੀ ਕੰਟਰੀ ਦੀ ਪੋਲਿਸੀ ਹੈ ਵਿਚ ਇਜ਼ ਰਾਈਟ ਟੂ ਸੇ ਵੀ ਹੈਵ ਗੋਟ ਨੋ ਐਂਬਿਸ਼ਨਸ ਆਫ ਟੈਰੀਟੋਰੀਅਲ ਔਰ ਐਨੀ ਸੱਚ ਐਂਬਿਸ਼ਨ ਸਾਡੀ ਕੰਟਰੀ ਵਿੱਚ ਨਹੀਂ ਹੈਗੀਆਂ, ਠੀਕ ਹੈ, which is rightly so, okay, but now if there is any our integrity ਜਿੱਥੇ ਵੀ ਥ੍ਰੈਟਨ ਹੋਵੇ ਅਸੀਂ ਉਸ ਚੀਜ਼ ਨੂੰ, ਇਹ ਸਾਡੀ ਗਵਰਨਮੈਂਟ ਦੀ ਅੱਜ ਕੱਲ੍ਹ ਦੀ ਜਿਹੜੀ ਪਾਲਿਸੀ ਬੜੀ ਅੱਛੀ ਚੀਜ਼ ਹੈਗੀ ਹੈ which the services every soldier wants ਕਿ ਜੇ ਸਾਡੇ ਤੇ ਕੁਝ ਚੀਜ਼ ਹੋਵੇ we are very readily prepared and to retaliate and give a right blow to this thing. So ਉਹ ਚੀਜ਼ ਹੈਗੀ ਕਿ today political decision appears to be onto this philosophy because we are armed, ਸਾਡੀਆਂ ਫੌਜਾਂ ਯਾਨੀ ਵੈਪਨ ਸਿਸਟਮ to commensurate to requirement today ਸਾਰਾ ਕੁਝ ਹੈ। ਓਕੇ, ਸੋ ਐਂਡ ਪੋਲੀਟੀਕਲ ਸਾਈਡ ਆਲਸੋ ਗਿਵਸ ਅਸ ਦੈਟ ਮਚ ਆਫ ਕੌਨਫੀਡੈਂਸ। ਉਸ ਟਾਈਮ 'ਚ ਤੇ ਹੁਣ ਦੇ ਟਾਈਮ 'ਚ ਪੋਲੀਟੀਕਲੀ ਅਸੀਂ ਦੇਖੀਏ ਤੇ ਵੈਸੇ ਦੇਖੀਏ ਆਰਮੀ ਦੇ ਵਿੱਚ ਕਿੰਨਾ ਕੁ ਚੇਂਜ ਕਿੰਨਾ ਕੁ ਆਇਆ ਮੰਨਦੇ ਹੋ ਤੁਸੀਂ? ਪੋਲੀਟੀਕਲ ਜਿੱਦਾਂ ਗੱਲ ਕਰੀਏ ਦਿਸ ਗਵਰਨਮੈਂਟ ਟੂ ਗਵਰਨਮੈਂਟ ਦੇ ਵੀ ਹੈਵ ਜਿੱਦਾਂ ਸਾਡਾ ਸਿਸਟਰ ਹੈ CC ਹੈ ਕੈਬਨਿਟ ਕਮੇਟੀ ਆਫ which decides on to all these things, ਜੋ ਡਿਫੈਂਸ ਕਮੇਟੀਜ਼ ਹੈ, ਸੋ ਦੈਟ ਆਲਸੋ ਮੈਂ ਜ਼ਿਆਦਾ ਨਹੀਂ ਪੋਲੀਟੀਕਲ ਸਾਈਡ 'ਤੇ ਫੌਜੀ ਹੈਗੇ ਨਹੀਂ ਕਮੈਂਟ ਕਰਦੇ ਜਿਹਨੇ, ਸੋ ਪੋਲੀਟੀਕਲ ਡਿਸੀਜਨ ਹੀ ਹੈ ਸਾਰੀਆਂ ਇਹ ਜਿਹੜੀਆਂ ਚੀਜ਼ਾਂ ਹੁਣ ਉਹ ਤੁਸੀਂ ਐਵਰੀ ਕਾਮਨ ਮੈਨ ਤੁਸੀਂ ਤੁਹਾਡੇ ਦਰਸ਼ਕ ਸਭ ਸਮਝਦੇ। ਇਹਨਾਂ ਚੀਜ਼ਾਂ 'ਤੇ ਨਹੀਂ, ਮੈਂ ਥੋੜ੍ਹਾ ਜਿਹਾ ਤੁਹਾਡਾ ਤਜਰਬਾ ਲੈਣਾ ਚਾਹੂੰਗਾ, ਤਜਰਬਾ ਜ਼ਰੂਰ ਸੁਣਨਾ ਚਾਹੂੰਗਾ। ਕਾਰਗਿਲ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਤੁਹਾਡਾ, ਔਰ ਹੁਣ ਦੀ ਅਸੀਂ ਜੇ ਗੱਲ ਕਰਾਂਗੇ ਉਹ ਥੋੜ੍ਹੇ ਸਵਾਲ ਮੈਂ ਬਾਅਦ 'ਚ ਲਊਂਗਾ ਤੁਹਾਡੇ ਤੋਂ। ਕਾਰਗਿਲ ਦਾ ਜਿਹੜਾ ਤਜਰਬਾ ਸੀਗਾ ਤੁਹਾਡਾ, ਡਾਇਰੈਕਟ ਕਮਿਊਨੀਕੇਸ਼ਨ ਸਰਕਾਰ ਦੇ ਨਾਲ ਸੀਗਾ, ਉਦੋਂ ਕਿਸ ਤਰ੍ਹਾਂ ਦੇ ਆਰਡਰ ਸੀਗੇ ਤੇ ਫ੍ਰੀ ਹੈਂਡ ਸੀਗੇ ਤੁਸੀਂ ਉਸ ਟਾਈਮ? ਨਹੀਂ ਸੀ, ਉਹ ਵੀ ਜਿਹੜਾ ਤਜਰਬਾ ਸੀ, ਆਈ ਵਾਸ ਕਮਾਂਡਿੰਗ ਹਲਵਾਰਾ, ਮੇਰੇ 3 ਸਕੁਆਡ ਨਾਲ ਕਿੱਥੇ ਮੂਵ ਕੀਤੇ ਆ ਸ਼੍ਰੀਨਗਰ ਟੂ ਡੂ ਔਨ ਟੂ ਦਿਸ, ਬਲਕਿ ਮੈਨੂੰ ਐਂਡ ਵੀ ਆਰ ਮੇਰੇ ਤੋਂ ਆਗੂਮੈਂਟ ਹੋ ਗਏ, ਜੈਗੋਸ ਦੇ ਸਟ੍ਰਾਈਕ ਸਕੁਆਡ 3 ਮੇਰੇ ਕੋਲ ਹੋਰ ਆ ਗਏ। ਸੋ ਜਿਹੜਾ ਫਰੰਟ ਸੀਗਾ, ਜਿਹੜੀ ਸਾਡੀ ਜਿਹੜੀ ਤਿਆਰੀ ਜਿਹੜੀ ਹੁੰਦੀ ਕਿ ਨਾ ਐਨੀਥਿੰਗ ਐਸਕੇਲੇਟ ਇਨਟੂ ਐਨ ਆਲ ਆਊਟ ਥਿੰਗ ਆਲਸੋ,
ਤੁਹਾਨੂੰ ਪਤਾ ਕਾਰਗਿਲ ਵਾਜ਼ ਇਹੀ ਲਿਮਿਟੇਸ਼ਨ ਰੱਖੀ ਗਈ ਕਿ ਵੀ ਵਿਲ ਨਾਟ ਕ੍ਰਾਸ ਦੀ ਬਾਰਡਰ ਓਕੇ ਸੋ ਦੈਟ ਵਾਜ਼ ਦੀ ਪੋਲੀਟੀਕਲ ਡਿਸੀਜਨ ਦੈਟ ਟਾਈਮ ਪਰ ਜੇ ਫੌਜੀ ਬੰਦੇ ਨੂੰ ਪੁੱਛੇ ਜਾਓ ਤਾਂ ਸਾਡੇ ਪਾਸੇ ਤਾਂ ਵੀ ਆਰ ਰੈਡੀ ਅਸੈਟ ਜੇ ਅਸੀਂ ਵੀ ਆਰ ਲੂਜ਼ਿੰਗ ਵੀ ਆਰ ਨਾਟ ਗੇਨਿੰਗ ਐਨੀਥਿੰਗ ਸਾਨੂੰ ਆਲ ਆਊਟ ਜਾ ਲੈਣ ਦਿਓ ਵੀ ਮਸਟ ਗੋ ਟੂ ਦਿਸ ਵਾਜ਼ ਦੀ ਮਿਲਟਰੀ ਡਿਸੀਜਨਸ ਐਂਡ ਦੀ ਬਰੀਫਿੰਗ ਟੂ ਦੀ ਗਵਰਨਮੈਂਟ ਠੀਕ ਹੈ ਬਟ ਆਖਰ ਡਿਸੀਜਨ ਉਹਨਾਂ ਦੀ ਸੀ ਉਹਨਾਂ ਨੇ ਪਰ ਇਹੀ ਰੱਖਿਆ ਨੋ ਬਾਰਡਰ ਨਹੀਂ ਕ੍ਰਾਸ ਕਰਨਾ ਸੋ ਜਿਹੜਾ ਤੁਸੀਂ ਕਹਿੰਦੇ ਸਾਡੀ ਉਹ ਜਿਹੜੀ ਕਮਿਊਨੀਕੇਸ਼ਨ ਟੂ ਗਵਰਨਮੈਂਟ ਉਹ ਇੰਨੀ ਕੀ ਸਾਨੂੰ ਆਹ ਦਾਇਰਾ ਦਿੱਤਾ ਗਿਆ ਇਹ ਤੋਂ ਜ਼ਿਆਦਾ ਅਸੀਂ ਨਹੀਂ ਜਾ ਸਕਦੇ ਵਿਚ ਇਜ਼ ਰਾਈਟ ਪੋਲੀਟੀਕਲ after all we are a democratic country political elected government are responsible to decide ਇਹ ਸਾਰੀਆਂ ਚੀਜ਼ਾਂ ਕਰਨ ਨੂੰ and they take right decisions ਜਦੋਂ ਤੁਸੀਂ ਫੌਜੀ ਦੀ ਗੱਲ ਆਉਂਦੇ ਤਾਂ ਕਿ ਤੁਸੀਂ ਹਰ ਚੀਜ਼ ਤੁਹਾਡੀ ਪੋਲੀਟਿਕਸ ਆ ਜਾਂਦੀ ਫੌਜੀ ਅਸੀਂ ਵੀ ਆ ਪੋਲੀਟੀਕਲ ਸੋ ਸਾਨੂੰ ਜੋ ਦੇਸ਼ ਵਿੱਚ ਜਾਣਾ ਪੈਂਦਾ ਪਰ ਤੁਸੀਂ ਕਹਿੰਦੇ ਆਪਣੇ ਜਿਹੜੇ ਪਰਸਨਲ ਵਿਊਜ਼ ਇਹੀ ਹੈ ਕਿ ਓਬਵੀਅਸਲੀ ਜਿਹੜੀ ਮਿਲਟਰੀ ਹਿਸਟਰੀ ਜੋ ਕੁਝ ਸਾਨੂੰ ਸਿਖਾਇਆ ਜਿੱਥੇ ਵੀ ਸਾਨੂੰ ਜੋ ਆਫੈਂਸਿਵ ਦਾ ਚਾਂਸ ਮਿਲੇ ਵੀ ਕੈਨ ਟੇਕ ਦ ਇਨੀਸ਼ੀਏਟਿਵ ਐਂਡ ਆਰ ਫੋਰਸਸ ਆਰ ਕੈਪੇਬਲ ਆਫ ਡੂਇੰਗ ਅ ਲੋਟ ਪਾਕਿਸਤਾਨ ਦੇ ਨਾਲ ਜਦੋਂ ਕਾਰਗਿਲ ਦਾ ਜੰਗ ਹੋਇਆ ਉਦੋਂ ਵੀ ਬੜੀ ਜ਼ਬਰਦਸਤ ਕਮਾਂਡਿੰਗ ਤੁਸੀਂ ਕੀਤੀ ਹੈ ਉਦੋਂ ਜਿਹੜਾ ਕਿੰਨਾ ਟਫ ਸੀਗਾ ਉਸ ਸਮੇਂ ਤੇ ਬੰਬਬਾਰੀ ਜਾਂ ਕੋਈ ਜ਼ਿਆਦਾ ਟਫ ਨਹੀਂ ਸੀਗਾ ਉਸ ਸਮੇਂ ਤੇ ਟਫ ਤਾਂ 71 ਜਿੱਦਾਂ ਤਿੰਨ ਜਿਹੜੀ ਟਫ ਉਹ ਚੀਜ਼ ਹੁੰਦੀ ਕਿ ਦੋਏ ਪਾਸੇ ਜਿਹੜੇ ਉੱਧਰ ਤੁਹਾਡੇ ਉੱਤੇ ਬੰਬ ਡਿੱਗ ਰਹੇ ਹੋਣ ਤੁਹਾਡੀ ਕੈਜੂਅਲਟੀ ਹੋਣ ਸੋ ਦੈਟ ਵੇ ਕੰਪੈਰੇਟਿਵਲੀ ਬਾਕੀ ਤਾਂ ਜੋ ਮਰਜ਼ੀ ਬਾਅਦ ਲੜਾਈਆਂ ਦੇ ਟਫਨੈਸ ਕੋਈ ਨਹੀਂ ਸੀ ਜਦ ਤੁਹਾਡੇ ਤੋਂ ਤੁਸੀਂ ਬੈਠੇ ਹੋ ਤੁਸੀਂ ਤਿਆਰੀ ਜਾ ਰਹੇ ਤੁਹਾਨੂੰ ਦੱਸਿਆ ਕਿ ਜਦ ਲੜਾਈ ਕੀ ਹੈ ਜਦ ਤਾਈਂ ਯੂ ਆਰ ਸਿਟਿੰਗ ਸੇ ਬਟ ਯੂ ਆਰ ਜਸਟ ਪ੍ਰੀਪੇਅਰਡ ਟੂ ਦੈਟ ਯੈਸ ਜਿਹੜਾ ਕੰਮ ਕਰ ਰਹੇ ਜਿਹੜੇ ਡ੍ਰੌਪ ਕਰ ਰਹੇ ਹੋ ਕਿ ਨੈਚੁਰਲੀ ਦੈਟ ਇਜ਼ ਵਨ ਬਟ ਦੈਟ ਇਜ਼ ਯੂਰ ਟ੍ਰੇਨਿੰਗ ਜਿਹਨੇ ਐਕੂਰੇਸੀ ਕਰਨੀ ਡਾਇਰੈਕਟਲੀ ਅਟੈਕ ਕਰਨਾ ਤੁਹਾਡੇ ਗਰਾਊਂਡ ਫਾਇਰ ਹੋ ਰਿਹਾ ਉਹ ਇੰਡੀਵਿਜੂਅਲ ਸੀਗੀਆਂ ਚਾਈਨਾ ਦੇ ਨਾਲ ਇੰਡੀਆ ਦੇ ਜਿਹੜੇ ਹੁਣ ਹਾਲਾਤ ਬਣਦੇ ਹੋਏ ਲੱਗ ਰਹੇ ਆ ਤੁਹਾਨੂੰ ਅੱਗੇ ਨਜ਼ਰ ਕੀ ਆ ਰਿਹਾ ਇਸ ਦੇ ਵਿੱਚ ਤੁਹਾਡੇ ਤਜਰਬੇ ਦੇ ਹਿਸਾਬ ਦੇ ਨਾਲ ਇਹ ਚੀਜ਼ਾਂ ਪੋਲੀਟੀਕਲ ਸੀ ਅਗੇਨ ਪੋਲੀਟੀਕਲ ਕੁਐਸਚਨ ਮੈਨੂੰ ਜੋ ਇਹ ਚੀਜ਼ ਲੱਗ ਰਹੀ ਹੈ ਨਹੀਂ ਸਰ ਨਿਊਟਰਲ ਹੋ ਕੇ ਇਹੀ ਲੱਗ ਰਿਹਾ ਕਿ ਜਿਹੜੇ ਨਿਊਟਰਲ ਹੋ ਕੇ ਇਹੀ ਗੱਲ ਮੇਰੇ ਜੋ ਲੱਗ ਰਹੀ ਹੈ ਕਿ ਇਹ ਹਾਲੇ ਤਾਂ ਉਹਨਾਂ ਨੇ ਵੀ ਸੀ ਜੇ ਉਹ ਉੱਥੋਂ ਮੂਵ ਆਊਟ ਕਰਦੇ ਚਾਈਨਾ ਵਿਲ ਇਟ ਇਜ਼ ਉਹਨਾਂ ਦਾ ਜਿਹਨੂੰ ਕਹਿੰਦੇ ਬਲੱਡੀ ਨੋਜ਼ ਉਹਨਾਂ ਨੂੰ ਆਪਣੀ ਐਕਸੈਪਟ ਕਰਨੀ ਪੈਣੀ ਹੈ ਓਕੇ ਸੋ ਉਹੀ ਚੀਜ਼ ਹੈ ਜਿਹੜੀ ਟੈਰੀਟਰੀ ਜਿਹੜੀ ਹੈਗੀ ਹੈ ਜਿਹੜੀ ਵਿਚ ਇਜ਼ ਨਾਟ ਯੈਟ ਡਿਮਾਰਕੇਟਡ ਜੋ ਦੋ ਅਸੀਂ ਕਲੇਮ ਕਰ ਰਹੇ ਵਿਚ ਡਿਸਪਿਊਟਡ ਸੋ ਮੇਰੇ ਖਿਆਲ ਇੰਡੀਆ ਨਹੀਂ ਮੰਨੂਗਾ ਕਿ ਯਾਨੀ ਕਿ ਟੂ ਗਿਵ ਅਪ ਟੂ ਅਲਾਉ them ਟੂ ਸਿਟ ਇਨ ਪਲੇਸ ਵੇਅਰ ਵਿਦ ਆਰ ਸਟਰੋਂਗ ਗਵਰਨਮੈਂਟ ਵਿਚ ਇਜ਼ ਦੇ ਕਿ ਅਲਾਉ ਕਰੋਗੇ ਕਿ ਤੁਸੀਂ ਐਕਸੈਪਟ ਕਰੋਗੇ ਸੋ ਦਿਸ ਵਿਲ ਕੈਰੀ ਔਨ ਇਹ ਚੀਜ਼ਾਂ ਕਿੰਨਾ ਤੋਂ ਕਿੰਨਾ ਐਸਕਲੇਟ ਹੋ ਸਕਦਾ ਬਟ ਇਹ ਤੋਂ ਬੜੀ ਹੋਣੀ ਦੀ ਮੈਨੂੰ ਨਹੀਂ ਉਮੀਦ ਹੈ ਬਿਕੋਜ਼ ਇਟ ਇਜ਼ ਦੇਖਿਆ ਜਾਵੇ ਵਾਟ ਇਜ਼ ਦੇਅਰ ਇਨ ਅ ਵੈਰੀ ਬਿਗ ਵੇ ਬਿਕੋਜ਼ ਅਲਟੀਮੇਟਲੀ ਨਿਊਕਲੀਅਰ ਪਾਵਰਸ ਆਰ ਦੇ both countries too little too much to lose to gain what ਮੇਬੀ ਮੈਂ ਸੁਬਰ ਹੋਇਆ ਪੈ ਸੁਮਤ 'ਤੇ ਆ ਕੇ ਸੋ ਮੈਂ ਜਿਹੜੇ ਤੁਸੀਂ ਮੇਰੇ ਪੁੱਛ ਰਹੇ ਹੋ ਕਿ ਚੀਜ਼ ਲੰਬੀ ਹੋ ਸਕਦੀ ਆ ਐਂਡ ਜਿੱਦਾਂ ਸਟੈਂਡ ਆਫ ਰਿਹਾ ਐਂਡ ਇਟ ਹੈਜ਼ ਟੂ ਬੀ ਡਿਫਿਊਜ਼ਡ ਡਿਪਲੋਮੈਟਿਕਲੀ ਕਿੰਨਾ ਚਿਰ ਲੱਗਦਾ ਹੂ ਗਿਵਸ ਇਨ ਟੂ ਹਾਊ ਮਚ ਉੱਤੇ ਡਿਪੈਂਡ ਕਰਦਾ ਠੀਕ ਹੈ ਸਰ ਅਸੀਂ ਇਸ ਸਮੇਂ ਤੇ ਸਾਡਾ ਦੇਸ਼ ਕਿੱਥੇ ਸਟੈਂਡ ਕਰ ਰਿਹਾ ਕਿੱਥੇ ਖੜੇ ਨਜ਼ਰ ਆ ਰਹੇ ਹਾਂ ਅਸੀਂ ਸਾਡੇ ਕੋਲੇ ਪ੍ਰੋਪਰ ਸੰਸਾਧਨ ਹੈਗੇ ਆ ਜੇ ਕਿਸੇ ਵੀ ਚੀਜ਼ ਦਾ ਜਵਾਬ ਦੇਣ ਵਾਸਤੇ ਯੈਸ ਡੈਫੀਨੇਟਲੀ ਫੌਜੀ ਤੋਂ ਇਹ ਜਿਹੜੀ ਚੀਜ਼ ਹੈ ਬਿਲਕੁਲ ਹੈਗੇ ਆ ਗਵਰਨਮੈਂਟ ਇਜ਼ ਆਫ ਦ ਡੇ does look after the military requirement of these services ਜਾਨੀ ਤੁਸੀਂ ਕਿਸ ਹਾਲਤ 'ਤੇ ਹੈਗੇ ਆ after all small nations like Israel can with the small forces to whatever it is our training our thinking is pretty good okay and we are very well trained very motivated pilots ਜੋ ਵੀ ਜਾਨੀ ਕੋ ਫੌਜ ਹੈਗੀ ਹੈ ਸੋ ਅੰਡਰ ਦ ਸਰਕਮਸਟੈਂਸਿਸ ਯੈਸ ਕਿਸੇ ਨੂੰ ਕੋਈ ਇਹ ਸ਼ੱਕ ਨਹੀਂ ਹੈ ਬਿਕਾਜ਼ ਆਲਵੇਜ਼ ਜੋ ਜਿਹੜੀ ਵਾਰਫੇਅਰ ਹੋਣੀ ਹੈ ਤੁਹਾਡੇ ਸੈਕਟਰ ਦੇ ਵਿੱਚ ਤੁਹਾਡੇ ਕੋਨੇ ਬਰਾਬਰ ਦੇ ਨਾਲ ਹੀ ਹੋਣੀ ਹੈ ਤੁਹਾਡੀ ਸੁਪੀਰੀਅਰ ਟੈਕਟਿਕਸ ਸੁਪੀਰੀਅਰ ਸਕਿੱਲ ਨੌਲੇਜ ਦੇ ਨਾਲ ਐਂਡ ਯੂਰ ਗਸਟੀ nature of the Indians to defend we should come out well ਜਿੱਦਾਂ ਕਿ ਬਹਿਸ਼ਕਾਰ ਦੀਆਂ ਗੱਲਾਂ ਚੱਲ ਰਹੀਆਂ ਕਿ ਬਾਈਕਾਟ ਕਰ ਦਿਓ ਚੀਜ਼ਾਂ ਨੂੰ ਚਾਈਨਾ ਮੇਡ ਜਿਹੜਾ ਮਾਲ ਹੈ ਉਹਨਾਂ ਨੂੰ ਬਾਈਕਾਟ ਕਰ ਦਿਓ ਇਹ ਚੀਜ਼ਾਂ ਨਾਲ ਹੱਲ ਹੈਗਾ ਇਸ ਚੀਜ਼ ਦਾ ਬਈ ਉਸ ਨੂੰ ਅਸੀਂ ਹਰਾ ਸਕਦੇ ਇਹਨਾਂ ਚੀਜ਼ਾਂ ਦੇ ਨਾਲ ਡਿਮੋਰਲਾਈਜ਼ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਦੇ ਨਾਲ ਉਸ ਨੂੰ ਇੱਕ ਫੌਜੀ ਕੀ ਸੋਚਦਾ ਹਾਂ ਫੌਜੀ ਵੀ ਇਹ ਡੈਫੀਨੇਟਲੀ ਸੋਚਦਾ ਹੈਗਾ ਕਿ ਯਾਨੀ ਕਿ ਨਾ ਹੁਣ ਚਾਈਨਾ ਐਵਰੀਥਿੰਗ ਵਿਚ ਇਜ਼ ਹੈਪਨਿੰਗ ਇਕਨੋਮਿਕ ਵਟਐਵਰ ਇਟ ਇਜ਼ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜੋ ਸੁਣ ਰਹੇ ਹਾਂ ਦੀਸ ਥਿੰਗਸ ਵਿਲ ਹਿਟ them ਇਕਨੋਮਿਕਲੀ ਤਾਂ ਹੋਰ ਵੀ ਜਿਹੜੇ ਬੰਦੇ ਉਹਨਾਂ ਦੇ ਵੀ ਸਿਰ ਜ਼ਿਆਦਾ ਕਿਉਂ ਉੱਛ ਰਿਹਾ ਉਹਨਾਂ ਦਾ ਇਕਨੋਮਿਕ ਮਾਈਟ ਕਰਕੇ ਹੀ ਹਿਲ ਰਿਹਾ ਉਹਨਾਂ ਕੋਲ ਪੈਸਾ ਹੈਗਾ ਕਿਹੋ ਜਿਹੀਆਂ ਸੜਕਾਂ ਬਣਾ ਰਹੇ ਆ ਓਕੇ ਦੇਰ ਇਜ਼ ਨੋ ਡਾਊਟ ਕਿ ਉਹਨਾਂ ਦਾ ਇਕਨੋਮਿਕ ਦੀ ਪੋਜੀਸ਼ਨ ਕਰਕੇ ਉਹ ਆਪਣਾ ਸਿਰ ਚੱਕ ਰਹੇ ਉੱਤੇ
ਓਕੇ ਟੂ ਦੈਟ ਐਕਸਟੈਂਟ ਜੇ ਕੋਈ ਉੱਤੇ ਤੇ ਡੈਂਟ ਲੱਗੇ ਓਕੇ ਐਂਡ ਇੰਡੀਆ ਇਜ਼ ਆਲਸੋ ਅ ਬਿਗ ਪੋਪੂਲੇਟਡ ਕੰਟਰੀ ਸਾਡੀ ਜਿਹੜੀ ਮਿਡਲ ਕਲਾਸ ਇੰਨੀ ਜ਼ਿਆਦਾ ਹੈ ਅਸੀਂ ਇੰਨਾ ਜਿਹੜਾ ਜੋ ਕਾਮਨ ਯੂਜ਼ ਦਾ ਸਮਾਨ ਹੈਗਾ ਜੇ ਕਟ ਆਫ ਹੋ ਜਾਵੇ ਉਹਨਾਂ ਤੇ ਡੈਂਟ ਜ਼ਰੂਰ ਲੱਗੂਗਾ ਓਕੇ ਲਾਈਕ ਤੁਸੀਂ ਕਹੋਗੇ ਨਾ ਇੰਡੀਆ ਦੀ ਪੋਪੂਲੇਸ਼ਨ ਜਿਹੜੀ ਮਿਡਲ ਕਲਾਸ ਦੀ ਪੋਪੂਲੇਸ਼ਨ ਜੋ ਸਾਰਾ ਕੁਝ ਯੂਜ਼ ਕਰਦੇ ਯੂਰਪ ਨਾਲੋਂ ਜ਼ਿਆਦਾ ਹੈ ਯੂ ਸੀ ਸਮਥਿੰਗ ਇਫ ਦੈਟ ਸਪਲਾਈ ਇੰਡੀਆ ਇਜ਼ ਅ ਕੰਜ਼ਿਊਮਰ ਸੋ ਇਸ ਕੰਜ਼ੰਪਸ਼ਨ ਦੀ ਜਿਹੜੀ ਜਿੰਨੀ ਅਮਰੀਕਾ ਦੀ ਪੋਪੂਲੇਸ਼ਨ ਯੂਜ਼ ਕਰ ਰਹੀ ਹੈ ਕਾਮਨ ਚੀਜ਼ਾਂ ਉਹ ਸਾਡੀ ਮਿਡਲ ਕਲਾਸ 200 ਇਕਨੋਮਿਕਲੀ ਇੰਨਾ ਸਾਡਾ ਯੂ ਨੋ ਵਟ ਐਵਰ ਇਟ ਇਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਟ ਆ ਮਿਡਲ ਕਲਾਸ ਜਿੱਥੇ ਜੋ ਬੰਦਾ ਆਮ ਯੂਜ਼ ਕਰਦਾ ਤਾਂ ਹਾਲੇ ਅਮਰੀਕਾ ਤੋਂ ਵੀ ਜ਼ਿਆਦਾ ਹੈ ਸੋ ਦੈਟ ਵੇ ਜਿਹੜੀ ਸਾਡੀ ਇੰਨੀ ਕੰਜ਼ੰਪਸ਼ਨ ਹੈਗੀ ਜੇ ਚਾਈਨਾ ਕੋ ਕਟ ਆਫ ਇਟ ਇਜ਼ ਗੋਇੰਗ ਟੂ ਅਫੈਕਟ ਠੀਕ ਹੈ ਸਰ ਜਿੱਦਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸੀਂ ਗੱਲ ਕਰਦੇ ਹਾਂ ਇਹਨਾਂ ਦਾ ਸਟੈਂਡ ਕਿਸ ਤਰ੍ਹਾਂ ਦਾ ਦੇਖਦੇ ਹੋ ਤੁਸੀਂ ਬਾਕੀ ਪ੍ਰਾਈਮ ਮਿਨਿਸਟਰਸ ਨਾਲੋਂ ਕਿੱਦਾਂ ਲੱਗਦਾ ਹੈ ਕਿ ਜਿੱਦਾਂ ਅੱਜ ਉਹਨਾਂ ਦਾ ਆਇਆ ਸੀਗਾ ਇੱਕ ਮੈਸੇਜ ਉਹਨਾਂ ਨੇ ਦਿੰਦੇ ਹੋਏ ਕਿਹਾ ਹੈ ਕਿ ਇੱਕ ਵੀ ਜਿਹੜੇ ਜਵਾਨ ਦੀ ਸ਼ਹਾਦਤ ਹੈ ਉਸ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਏਗਾ ਯੈਸ ਇਹ ਫੌਜੀ ਲਈ ਤੇ ਇਹ ਬਹੁਤ ਸਟਰੋਂਗ ਮੀਨਿੰਗ ਹੈਗੀ ਹੈ ਜੋ ਇਮੈਜਨ ਤੁਹਾਡਾ ਕੁਲੀਗ ਨਾਲ ਦਾ ਨਾ ਜਾਵੇ ਤੇ ਨਾਲ ਹੋ ਕੇ ਤੁਹਾਨੂੰ ਇਹ ਚੀਜ਼ ਸਮਝ ਨਹੀਂ ਸਕਦਾ ਆਮ ਬੰਦਾ ਓਕੇ ਤੁਹਾਡਾ ਜਿਹੜਾ ਬੰਦਾ ਚਲੇ ਜਾਓ ਤੁਹਾਨੂੰ ਇਹੋ ਜਿਹੀ ਪੋਲੀਟੀਕਲ ਵਿਲ ਜਿਹੜੀ ਕਿ ਡੈਫੀਨੇਟਲੀ ਹੈ ਕਿ ਵਿਚ ਇਜ਼ ਅ ਬਿਗ ਮੋਰਲ ਬੂਸਟਿੰਗ ਫॉर ਦਿਸ ਸਰਵਿਸਿਜ਼ ਕਿ ਸਾਨੂੰ ਕਈ ਵਾਰੀ ਦੇਖਣਾ ਪਿਆ ਕਿ ਦਿਨ ਪਤਾ ਫੌਜੀ ਵੀ ਵਾਂਟ ਟੂ ਰਿਟੈਲੀਏਟ ਔਰ ਨਹੀਂ ਚਾਂਸ ਮਿਲੇ ਯੈਸ ਮੈਂ ਅਸੀਂ ਅਗੇਨ ਅਪੋਲੀਟੀਕਲ ਉਹ ਪੋਲੀਟੀਕਲ ਹਾਲਾਤ ਉਤਲੇ ਵਾਲੇ ਸਮਝਦੇ ਆ ਪ੍ਰਾਈਮ ਮਿਨਿਸਟਰ ਆਫ ਦਾ ਡੇ ਸਮਝਦਾ ਕੀ ਉਹਦੇ ਰਿਸਟ੍ਰਿਕਸ਼ਨ ਲਿਮਿਟੇਸ਼ਨਸ ਕੀ ਹੈਗੀਆਂ ਬਟ ਫੌਜੀ ਹੁੰਦੇ ਹੋਏ ਇਹ ਜਿਹੜੇ ਇਹੋ ਜਿਹੀਆਂ ਗੱਲਾਂ ਸੁਣਨੀਆਂ ਪ੍ਰਾਈਮ ਮਿਨਿਸਟਰ ਤੋਂ ਇਜ਼ ਡੈਫੀਨੇਟਲੀ ਵੈਰੀ ਇਨਕਰੇਜਿੰਗ ਸਰ 2 ਮਿੰਟ ਦਾ ਸਮਾਂ ਮਾਫੀ ਚਾਹੂੰਗਾ ਲਵਾਂਗਾ ਤੁਹਾਡਾ ਹੋਰ ਮੈਂ ਕੀਮਤੀ ਸਮਾਂ ਤੁਹਾਡਾ ਕਿ US ਦੀ ਅਸੀਂ ਗੱਲ ਕਰਦੇ ਹਾਂ ਅਮਰੀਕਾ ਕਿੱਥੇ ਸਟੈਂਡ ਕਰਦਾ ਹੋਇਆ ਇੰਡੀਆ ਦੇ ਨਾਲ ਨਜ਼ਰ ਆਉਂਦਾ ਤੁਹਾਨੂੰ ਕਿ ਅਗਰ ਜੀ ਨਹੀਂ ਅਮਰੀਕਾ ਕਿੱਥੇ ਸਟੈਂਡ ਕਰਦਾ ਹੈ ਇੰਡੀਆ ਦੇ ਨਾਲ ਖੜਾ ਨਜ਼ਰ ਆਉਂਦਾ ਤੁਹਾਨੂੰ ਰਿਲੇਸ਼ਨਸ਼ਿਪ ਦੇ ਨਾਲ ਵੀ ਜੇ ਚਾਈਨਾ ਦੇ ਨਾਲ ਕੋਈ ਇਸ ਤਰ੍ਹਾਂ ਗੱਲਬਾਤ ਅੱਗੇ ਵੱਧਦੀ ਹੈ ਤਾਂ ਫਿਰ ਅਮਰੀਕਾ ਜਾਂ ਰਸ਼ੀਆ ਜਿਹੜੇ ਰੂਸ ਦੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ ਹੈ ਬਹੁਤ ਅੱਛਾ ਮਿੱਤਰ ਰਿਹਾ ਇੰਡੀਆ ਦਾ ਉਹ ਕਿੱਥੇ ਸਟੈਂਡ ਕਰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਸੀ ਅੱਜ ਕੱਲ੍ਹ ਜਿਹੜੀ ਵਾਰਫੇਅਰ ਹੈ ਯੈਸ ਜਿਹੜੀ ਕਿ ਤੁਹਾਨੂੰ ਜੇ ਜਸਟ ਮੋਰਲ ਸਪੋਰਟ ਹੀ ਇਹਨਾਂ ਕੰਟਰੀ ਦੇ ਮਿਲੇ ਦੈਟ ਇਜ਼ ਮੋਰ ਦੈਨ ਇਨਫ ਓਕੇ ਅਸਲੀ ਚੀਜ਼ ਉਹੀ ਚੀਜ਼ ਹੈ ਜੋ ਲੁੱਕ ਅਗੇਨ ਕੱਤੇ ਦੀ ਲੜਾਈ 'ਚ ਓਕੇ ਅਸੀਂ ਨੇਲੀ ਆਪਣਾ ਢਾਕਾ ਨੂੰ ਸਾਡੀਆਂ ਫੌਜ ਜਾ ਰਹੀਆਂ ਉਧਰੋਂ 7th ਫਲੀਟ ਅਮਰੀਕਾ ਦੀ ਬੇ ਆਫ ਬੰਗਾਲ 'ਚ ਆ ਗਈ ਬਲੱਡੀ ਹੈਲ 7th ਫਲੀਟ ਇਜ਼ ਅ ਬਿਗ ਥਿੰਗ ਉਹਨੇ ਬੇਸ਼ੱਕ ਆ ਕੇ ਸ਼ੂ ਕਰਕੇ ਚਲੇ ਗਏ ਬਟ ਉਹੀ ਚੀਜ਼ ਹੈ ਕਿ ਇਫ ਟੁਡੇ ਅਮਰੀਕਾ ਰਸ਼ੀਆ ਇਫ ਦੇਰ ਇਜ਼ ਸਮਬਡੀ ਇਜ਼ ਬੈਕਿੰਗ ਯੂ ਇਟ ਇਜ਼ ਅ ਬਿਗ ਮੋਰਲ ਬੂਸਟਿੰਗ ਥਿੰਗ ਟੂ ਵਟ ਐਵਰ ਹਾਊ ਇਟ ਪਲੇਜ਼ ਆਊਟ ਆਫਟਰ ਆਲ ਕਿ ਇਫ ਯੂ ਲੁੱਕ ਐਟ ਐਜ਼ ਨੇਸ਼ਨਸ ਇਹ ਚੀਜ਼ਾਂ ਮੈਟਰ ਕਰਦੀਆਂ ਵੀ ਆਰ ਅ ਡੈਮੋਕ੍ਰੈਟਿਕ ਨੇਸ਼ਨ ਯੈਸ ਅਮਰੀਕਾ ਸਪੋਰਟਿੰਗ ਔਨ ਆਰ ਡੈਮੋਕ੍ਰੈਟਿਕ ਜੇ ਸਾਡੇ ਵਿਊਜ਼ ਹੈਗੇ ਉਸ ਹਿਸਾਬ ਦੇ ਨਾਲ ਸਾਡੇ ਕੋਲ ਕੋਈ ਟੈਰੀਟੋਰੀਅਲ ਅੰਬੀਸ਼ਨ ਨਹੀਂ ਹੈ ਦ ਵੇ ਮੈਂ ਪੜ੍ਹਿਆ ਸੁਣਿਆ ਹੈਗਾ ਜਿੱਦਾਂ ਕਿ ਸਾਡੀ ਕੰਟਰੀ ਦਾ ਵੀ ਜਸਟ ਸਾਡੇ ਕੋਲ ਆਪਣੀ ਇੱਜ਼ਤ ਸਾਡੀ ਪਿਆਰੀ ਹੈ ਸਾਡਾ ਆਪਣਾ ਜੋ ਬਾਰਡਰ ਜੋ ਵੀ ਡਿਸੀਜਨ ਹੈਗੇ ਦੈਟ ਇਜ਼ ਵੈਰੀ ਯਾਨੀ ਮਦਰਲੈਂਡ ਦੀਜ਼ ਆ ਬੜੇ ਬੜੇ ਸ਼ਬਦ ਹੈਗੇ ਬੜੇ ਮਾਇਨਾ ਰੱਖਦੇ ਆ ਸੋ ਉਹ ਚੀਜ਼ ਦੀ ਜਿਹੜੀ ਭਾਵਨਾ ਸਦਭਾਵਨਾ ਅੰਦਰ ਹੈਗੀ ਆ ਬਹੁਤ ਸਟਰੋਂਗ ਫੌਜੀ ਦੇ ਵਿੱਚ ਹੈ ਸਰ ਮੈਂ ਇਹ ਸਵਾਲ ਤੁਹਾਡੇ ਤੋਂ ਤਾਂ ਪੁੱਛਿਆ ਕਿਉਂਕਿ ਜਦੋਂ ਪਾਕਿਸਤਾਨ ਦੇ ਨਾਲ ਕੁਝ ਵੀ ਕਸ਼ਮੀਰ ਦੇ ਮੁੱਦੇ ਤੇ ਕੁਝ ਹੁੰਦਾ ਤਾਂ ਡੋਨਾਲਡ ਟਰੰਪ ਮਧਿਅਸਥਤਾ ਕਰਨ ਦੀ ਪੇਸ਼ਕਸ਼ ਕਰਦੇ ਨਜ਼ਰ ਆਉਂਦੇ ਆ PM ਨੂੰ ਕਿ ਜੀ ਮੈਂ ਮਧਿਅਸਥਤਾ ਕਰੂੰਗਾ ਤੁਹਾਡਾ ਜਿਹੜਾ ਵਿਵਾਦ ਹੈ ਇਹ ਸੁਲਝਾਊਂਗਾ ਇਸ ਕਰਕੇ ਮੈਂ ਇਹ ਸਵਾਲ ਪੁੱਛਿਆ ਤੁਹਾਡੇ ਤੋਂ ਕਿ ਇਸ ਮਸਲੇ ਤੇ ਵੀ ਆ ਸਕਦੇ ਉਹ ਕਿਉਂਕਿ ਜੇ ਇਸ ਵੱਡੇ ਲੈਵਲ ਤੇ ਕੁਝ ਹੁੰਦੀ ਹੈ ਮਧਿਅਸਥਤਾ ਤਾਂ ਇਸ ਦਾ ਹਰ ਚੀਜ਼ ਦਾ ਹੱਲ ਜਿਹੜਾ ਸ਼ਾਇਦ ਲੜਾਈ ਨਾਲ ਨਹੀਂ ਗੱਲਬਾਤ ਨਾਲ ਵੀ ਹੋ ਸਕਦਾ ਸੀ ਐਜ਼ ਫਾਰ ਐਜ਼ ਪਾਕਿਸਤਾਨ ਦੀ ਜਿਹੜੇ ਗੱਲ ਆਈ ਹੈ ਕਿ ਡੈਫੀਨੇਟਲੀ ਯੂ ਨੋ ਆਫਟਰ ਇੰਡੀਪੈਂਡੈਂਸ ਸਾਡਾ ਨਾਨ ਅਲਾਈਨਡ ਹੋਣ ਕਰਕੇ ਵੀ ਵੈਂਟ ਟੂਵਰਡਸ ਰਸ਼ੀਆ ਐਂਡ ਐਜ਼ ਫਾਰ ਐਜ਼ ਸੋ ਵੈਰੀ ਉਹ ਡਿਮਾਰਕੇਸ਼ਨ ਵੈਰੀ ਵੈਰੀ ਕਲੀਅਰਲੀ ਪਾਕਿਸਤਾਨ ਨਾ ਕਿ ਵੀ ਇਟ ਵਾਜ਼ ਪਾਰਟ ਆਫ ਨੈਟੋ ਵੱਲ ਚਲੇ ਗਿਆ ਸੀਗਾ ਠੀਕ ਹੈ ਸੋ ਉਸ ਤੋਂ ਬਾਅਦ ਜਿਹੜੀਆਂ ਹੋਰ ਹਾਲਾਤ ਹੋਈਆਂ ਵਿੱਚ ਅਮਰੀਕਾ ਨੂੰ ਸਭ ਕੁਝ ਜਾਣਦੇ ਹੋਏ ਪਤਾ ਹੁੰਦੇ ਹੋਏ ਉਹਨਾਂ ਨੂੰ ਜਿਹੜੀ ਸਟ੍ਰੈਟੇਜਿਕ ਇੰਪੋਰਟੈਂਸ ਆਫ ਪਾਕਿਸਤਾਨ ਦੀ ਇਹੀ ਸੀਗੀ ਕਿ ਜੋ ਰਸ਼ੀਅਨ ਕਮਿੰਗ ਜਿਹੜੇ ਅਫਗਾਨਿਸਤਾਨ ਤੋਂ ਆ ਰਹੇ ਆ ਸਾਰਾ ਕੁਝ ਉਹ ਚੈੱਕ ਜਿਹੜਾ ਅੱਗੇ ਆਉਣ ਨੂੰ ਸਿਰਫ ਪਾਕਿਸਤਾਨ ਹੀ ਸੀਗਾ ਓਕੇ ਅਦਰਵਾਈਜ਼ ਜਿਹੜਾ ਉਹ ਜਿਹੜੇ ਕਮਿਊਨਿਸਟ ਰਜੀਮ ਜੋ ਰਸ਼ੀਆ USSR ਜੋ ਪੁਰਾਣਾ ਸੀ ਉੱਧਰੋਂ ਉਹਨਾਂ ਦੇ ਵੀ ਜੋ ਅੰਬੀਸ਼ਨ ਸੀਗੀਆਂ ਅਫਗਾਨਿਸਤਾਨ ਫਿਰ ਇੰਡੀਆ ਦੇ ਨਾਲ ਤਾਂ ਆਲਰੇਡੀ ਰਿਲੇਸ਼ਨਸ਼ਿਪ ਵਰ ਗੁੱਡ ਦੋ ਵੀ ਆਰ ਦੇਅਰ ਨੋ ਟੈਰੀਟਰੀਅਲ ਅੰਬੀਸ਼ਨ ਜੇ ਪਾਕਿਸਤਾਨ ਵਾਜ਼ ਓਨਲੀ ਬਫਰ ਉਸ ਤੋਂ ਅਮਰੀਕਾ ਨੂੰ ਕੋਈ ਚਾਂਸ ਹੀ ਨਹੀਂ ਸੀ ਕਿ ਅਮਰੀਕਾ ਨੂੰ ਪਾਕਿਸਤਾਨ ਦਾ ਸਾਈਡ ਲੈਣਾ ਪੈਂਦਾ ਸੀਗਾ ਸੋ ਉਹੀ ਲੈਣ ਕਰਕੇ against the ideology everything though we are same democratically everything but ਉਹਨਾਂ ਨੂੰ ਇਹ ਸਟ੍ਰੈਟਜੀ ਕਰਕੇ ਉਹਨਾਂ ਨੂੰ ਇਹ always had to
ਸ਼ੋ ਕਿ ਪਾਕਿਸਤਾਨ ਵੱਲ ਆਪਣਾ ਉਹ ਚਾਹੁਣ ਕਿ ਜੇ ਪਾਕਿਸਤਾਨ ਕ੍ਰਸ਼ ਹੋ ਗਿਆ ਤਾਂ ਫਿਰ ਇਧਰੋਂ ਉਹਨਾਂ ਦੀ ਅਫਗਾਨਿਸਤਾਨ 'ਚੋਂ ਕੋਈ ਚੀਜ਼ ਨਹੀਂ ਬਣਨੀ। ਸੋ ਉਹਨਾਂ ਨੂੰ ਪਾਕਿਸਤਾਨ ਦੀ ਉਹ ਵੀ ਲੋੜ ਚਾਹੁੰਦੇ ਸੀ। ਕਿ ਲੜਾਈ ਬਣੀ ਰਹੇ। ਨਹੀਂ, ਸਾਡੇ ਨਾਲ ਨਹੀਂ ਬਣੀ ਰਵੇ ਕਰਕੇ ਉਹਨਾਂ ਦਾ ਸਮਝੌਤਾ ਪਾਕਿਸਤਾਨ ਬਣੇ ਰਵੇ। ਇਹ ਚੀਜ਼ ਨਹੀਂ ਹੈ, ਡੈਫੀਨਿਟਲੀ ਨਹੀਂ ਹੈ ਕਿ ਸਾਡੀ ਆਪਸ 'ਚ ਚੱਲਦੀ ਰਵੇ, ਨਹੀਂ। ਦੇ ਵਾਂਟ ਐਵਰੀਥਿੰਗ, ਬਟ ਉਹ ਚੀਜ਼ ਕਹਿੰਦੇ ਕਿ ਜੇ ਅਸੀਂ ਆਊਟਰਾਈਟ ਇੰਡੀਆ ਦੇ ਸਾਈਡ ਲੈਂਦੇ ਹੈਗੇ ਆ ਤਾਂ ਫਿਰ ਉਹ ਪਾਕਿਸਤਾਨ ਇਫ ਦੇ ਉਹਨਾਂ ਦੇ ਹੱਥੋਂ ਚਲੇ ਜਾਵੇ ਤਾਂ ਫਿਰ ਅਫਗਾਨਿਸਤਾਨ ਦਾ ਮਸਲਾ ਉਹ ਅਮਰੀਕਨ ਦੇ ਉੱਤੇ ਪੈ ਜਾਂਦਾ ਹੈ। ਆਖਰੀ ਸਵਾਲ ਲਵਾਂਗਾ ਸਰ, ਤੇ ਸ਼ਾਇਦ ਇਹ ਸਵਾਲ ਮੈਂ ਪਹਿਲਾਂ ਪੁੱਛਿਆ ਤੁਹਾਡੇ ਤੋਂ। ਹੁਣ ਗੱਲਾਂ ਬਾਤਾਂ ਦੇ ਨਾਲ ਹੱਲ ਨਿਕਲਦਾ ਹੋਇਆ ਨਜ਼ਰ ਆਉਂਦਾ ਤੁਹਾਨੂੰ, ਜਾਂ ਤੁਸੀਂ ਕੀ ਆਪਦੇ ਤਜਰਬੇ ਦੇ ਹਿਸਾਬ ਨਾਲ ਕੀ ਸੋਚਦੇ ਹੋ, ਚੀਨ ਤੇ ਹਿੰਦੁਸਤਾਨ ਦਾ ਮਸਲਾ ਕਦੋਂ ਤੱਕ ਸੌਟ ਆਊਟ ਹੋ ਸਕਦਾ ਤੁਹਾਡੇ ਤਜਰਬੇ ਦੇ ਹਿਸਾਬ ਦੇ ਨਾਲ? ਹੱਲ ਕੀ ਨਿਕਲੂਗਾ ਇਸ ਚੀਜ਼ ਦਾ? ਹੱਲ ਇਹਦਾ ਤਾਂ ਡੈਫੀਨਿਟਲੀ ਨਿਕਲੇਗਾ ਕਿ ਇਹ ਚੀਜ਼ ਹੋਣੀ ਹੈ ਕਿ ਦੇ ਵਿਲ ਬੀ ਵਿਡਰੋਲ ਫਰੋਮ ਦੀਜ਼। ਇੰਡੀਆ ਨੇ ਆਪਣੀ ਪੋਜੀਸ਼ਨ ਸਟਰੋਂਗ ਦੱਸ ਦਿੱਤੀ ਹੈ, ਦੱਸ ਦਿੱਤਾ ਇਹਦੇ ਵਿੱਚ ਅਸੀਂ ਕਿ ਨੌਨਸੈਂਸ ਨਹੀਂ ਲੈਣਾ ਹੈਗਾ। ਜਿੱਦਾਂ ਪ੍ਰਾਈਮ ਮਿਨਿਸਟਰ ਨੇ ਸਟੇਟਮੈਂਟ ਦੇ ਦਿੱਤਾ ਹੈਗਾ, ਉਹ ਮੈਸੇਜ ਚਾਈਨਾ ਵੱਲ ਚਲੇ ਗਿਆ ਹੈਗਾ। ਉਹ ਸਟਰੋਂਗਲੀ ਮੈਸੇਜ ਜਾਣ ਕਰਕੇ ਕਿ ਦੇ ਵਿਲ ਅਲਟੀਮੇਟਲੀ ਇਹ ਜਿਹੜੀਆਂ ਡਿਸਪਿਊਟਡ ਏਰੀਆ ਤੋਂ ਐਵਰੀਵਨ ਵਿਲ ਵਿਡਰੋ। that is my assessment। ਠੀਕ ਹੈ ਸਰ, ਥੈਂਕ ਯੂ ਸੋ ਮਚ ਸਰ, ਬਹੁਤ ਬਹੁਤ ਧੰਨਵਾਦ। ਸੋ ਸਰਬਜੀਤ ਸਿੰਘ ਹੋਠੀ ਸਾਹਿਬ ਸਾਡੇ ਨਾਲ ਮੌਜੂਦ ਸਨ। ਲੰਬਾ ਤਜਰਬਾ ਰਿਹਾ ਹੈ ਔਰ ਇਹਨਾਂ ਨੇ ਆਪਦੇ ਤਜਰਬੇ ਸਾਂਝੇ ਕਰੇ ਨੇ। ਫਿਲਹਾਲ ਅਸੀਂ ਗੱਲਬਾਤ ਇਹਨਾਂ ਨਾਲ ਇਸੇ ਲਈ ਕਰਨਾ ਸੀ ਕਿਉਂਕਿ ਬੜਾ ਲੰਬਾ ਇਹਨਾਂ ਦਾ ਤਜਰਬਾ ਰਿਹਾ ਤੇ ਜੰਗਾਂ ਦਾ ਵੀ ਬੜਾ ਤਜਰਬਾ ਰਿਹਾ ਇਹਨਾਂ ਦਾ। ਬੰਬਾਰੀ ਜਿਹੜੀ ਹੋਈ ਪਾਕਿਸਤਾਨ ਕਾਰਗਿਲ ਦੇ ਜੰਗ ਦੌਰਾਨ ਦੀ ਗੱਲ ਵੀ ਅਸੀਂ ਕੀਤੀ ਹੈ। ਤੇ ਚੀਨ ਤੇ ਹਿੰਦੁਸਤਾਨ ਦੀ ਫਿਲਹਾਲ ਜਿਹੜੀ ਤਕਰਾਰ ਚੱਲ ਰਹੀ ਹੈ ਉਸ ਦਾ ਹੱਲ ਗੱਲਬਾਤ ਦੌਰਾਨ ਹੀ ਇਹਨਾਂ ਦਾ ਤਜਰਬਾ ਜਿਸ ਹਿਸਾਬ ਨਾਲ ਇਹਨਾਂ ਨੇ ਕਿਹਾ ਕਿ ਗੱਲਬਾਤ ਦੇ ਨਾਲ ਹੀ ਉਮੀਦ ਹੈ ਕਿ ਜਲਦੀ ਇਸ ਦਾ ਹੱਲ ਨਿਕਲਦਾ ਨਜ਼ਰ ਆਊਗਾ ਔਰ ਹੋ ਸਕਦਾ ਹੈ ਕਿ ਚੀਨ ਨੂੰ ਆਪਦੀ ਜਿਹੜੀ ਆਰਮੀ ਹੈ ਉਹ ਵਾਪਸ ਲੈ ਕੇ ਜਾਣੀ ਹੀ ਪਏਗੀ। ਹੁਣ ਇਸ ਚੀਜ਼ ਦਾ ਹੱਲ ਕਿਸ ਤਰ੍ਹਾਂ ਨਿਕਲਦਾ ਹੈ ਆਉਣ ਵਾਲੇ ਦਿਨ ਦੱਸਣਗੇ, ਆਉਣ ਵਾਲਾ ਸਮਾਂ ਦੱਸੇਗਾ। ਹਾਲਾਂਕਿ ਪ੍ਰਧਾਨ ਮੰਤਰੀ ਨੇ ਆਪਦਾ ਸਟੈਂਡ ਇਸ 'ਤੇ ਸਪਸ਼ਟ ਕਰ ਦਿੱਤਾ ਹੈ ਕਿ ਇੱਕ ਜਵਾਨ ਦਾ ਜਿਹੜਾ ਕਤਰਾ ਖੂਨ ਹੈ, ਜਿਹੜੇ ਜਵਾਨਾਂ ਦੀ ਸ਼ਹਾਦਤ ਗਈ ਹੈ, ਉਹ ਵਿਅਰਥ ਨਹੀਂ ਜਾਣ ਦਿੱਤੀ ਜਾਏਗੀ। ਕੈਮਰਾ ਪਰਸਨ ਜਤਿੰਦਰ ਦੇ ਨਾਲ ਵਿਕਰਮ ਸਿੰਘ, ਜਗਬਾਣੀ ਟੀਵੀ, ਜਲੰਧਰ।